ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਇਸ ਖਾਸ ਪੇਸ਼ਕਸ਼ ਦੇ ਵਿੱਚ ਸਵਾਗਤ ਹੈ। ਤੇ ਅੱਜ ਗੱਲਬਾਤ ਕਰਾਂਗੇ ਕੈਨੇਡਾ ਅਤੇ ਯੂਕਰੇਨ ਦੇ ਬਾਰੇ ਵਿੱਚ। ਕੈਨੇਡਾ ਲਗਾਤਾਰ ਯੂਕਰੇਨ ਦੀ ਮਦਦ ਕਰ ਰਿਹਾ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਯੂਕਰੇਨ ਰਸ਼ੀਆ ਦੁਆਰਾ ਜੰਗ ਦੇ ਕਾਰਨ ਚੰਬਿਆ ਹੋਇਆ। ਜੰਗ ਅਜੇ ਤੱਕ ਜਾਰੀ ਹੈ, ਹਮਲੇ ਲਗਾਤਾਰ ਹੋ ਰਹੇ ਨੇ। ਵਿੱਚ ਦੀ ਲੱਗਦਾ ਕਿ ਇਹ ਜੰਗ ਰੁਕ ਗਈ ਹੈ ਤੇ ਵਿੱਚ ਦੀ बहुत ज़्यादा हमले होने लग जाते हैं। रशिया अगे जाके की डिसीजन लैंदा है, किस तरह की वार अगे जाके होगी, किस तरह का रूप धारण करती है, हजे किसी को नहीं पता। कोई कह रहा है कि परमाणु जंग हो सकती है तो कोई कह रहा है कि इस ते विराम लग रहा है, पर यह होनी है, होनी नूं कोई नहीं टाल सकता। अगे जाके ये वड्डे आगू, ये वड्डे G7 आगू, G20 आगू की फैसला लैंदे ने, ये इन्हां आगूआं ते डिपेंड करता है, क्योंकि राजनीति नूं कोई नहीं रोक सकता। पर लगातार कैनेडा वल्लों यूक्रेन नूं मदद जारी है। ਹੁਣ ਕੈਨੇਡਾ ਦੀ डिफेंस मिनिस्टर अनीता आनंद यूक्रेन के दौरे पर पहुंचे ने। यूक्रेन दौरे पर पहुंची कैनेडा की डिफेंस मिनिस्टर अनीता आनंद ने ऐलान कर दिता है कि कैनेडा यूक्रेन नूं 200 बख्तरबंद फौजी वाहन डोनेट कर देगा। ये फौजी वाहन कैनेडा विच ही तैयार किए गए हैं। बुधवार नूं यूक्रेन के अचनचेती दौरे उत्ते रक्षा मंत्री अनीता आनंद पहुंचे हुए सन ते कैनेडा वालों जंग के चंबे देश की मदद के लिए 200 हथियारबंद गड्डियां यूक्रेन भेजियां जाणियां। मिनिस्टर आनंद ने कहा कि ये वाहन अति आधुनिक तकनीक के नाल लैस हैं ਅਤੇ ਇਹਨਾਂ ਉੱਪਰ ਆਸਾਨੀ ਨਾਲ ਹਥਿਆਰ ਟਿਕਾਏ ਜਾ ਸਕਦੇ ਹਨ। ਇਹਨਾਂ ਬਖਤਰਬੰਦ ਵਾਹਨਾਂ ਨਾਲ ਫੌਜੀਆਂ ਅਤੇ ਉਪਕਰਨਾਂ ਦੀ ਸੁਰੱਖਿਅਤ ਆਵਾਜਾਈ ਦੇ ਵਿੱਚ ਮਦਦ ਮਿਲੇਗੀ। ਅਨੀਤਾ ਆਨੰਦ ਨੇ ਦੱਸਿਆ ਇਹ ਸੈਨੇਟਰ APC ਵਾਹਨ ਓਨਟਾਰੀਓ ਦੇ ਮਿਸੀਸਾਗਾ ਵਿੱਚ ਆਧਾਰਿਤ ਕੰਪਨੀ ਰੋਸ਼ੇਲ ਤੋਂ $90 ਮਿਲੀਅਨ ਵਿੱਚ ਖਰੀਦੇ ਗਏ ਹਨ। ਪਿਛਲੇ ਮਈ ਦੇ ਵਿੱਚ ਕੈਨੇਡਾ ਨੇ ਯੂਕਰੇਨ ਵਾਸਤੇ ਰੋਸ਼ੇਲ ਤੋਂ 8 ਸੈਨੇਟਰ APC ਖਰੀਦੇ ਸਨ। ਆਨੰਦ ਨੇ ਕਿਹਾ ਇਹ ਵਾਹਨ ਸਮਾਰਟ ਤਕਨੀਕ ਨਾਲ ਲੈਸ ਹਨ ਅਤੇ ਫੌਜੀਆਂ ਨੂੰ ਖਤਰਿਆਂ ਦਾ ਛੇਤੀ ਪਤਾ ਲਗਾਉਣ ਵਿੱਚ ਮਦਦ ਕਰਦੇ ਹਨ। ਜਦੋਂ ਖਤਰੇ ਤੋਂ ਬਚਣਾ ਸੰਭਵ ਨਾ ਹੋਵੇ ਤਾਂ ਇਹ ਫੌਜੀ ਵਾਹਨ ਫੌਜਾਂ ਦੀ ਢਾਲ ਬਣਨ ਵਿੱਚ ਮਦਦ ਕਰਨਗੇ। Perished in today's tragic helicopter crash. Canada stands with you. Today I am happy to confirm that Canada will donate another 200 Rochelle Senator armored personnel carriers to the armed forces of Ukraine, valued at over 90 million Canadian dollars. Over the past year, Canada has committed comprehensive military aid for Ukraine, including M777 howitzers, anti-tank weapons, winter clothes, 39 armored combat support vehicles, and most recently, a NASAMS air defense system. Our military aid totals over $1 billion, and Canada has committed over $5 billion in combined military, economic, humanitarian, and other aid. So military aid and equipment, which I've discussed, training, which I've discussed, and the third pillar of our support to Ukraine is in the area of transportation of aid. Out of Prestwick, Scotland, the Canadian Armed Forces have delivered over £6 million of military aid so far on behalf of our allies. Their motto is can't stop, won't stop, and I echo that motto here today. ਅਨੀਤਾ ਆਨੰਦ ਵੱਲੋਂ ਯੂਕਰੇਨ ਦੇ ਇਸ ਇੱਕ ਰੋਜ਼ਾ ਦੌਰੇ ਦੇ ਦੌਰਾਨ ਆਪਣੇ ਹਮਰੁਤਬਾ ਅਧਿਕਾਰੀ ਓਲੈਕਸੀ ਰੈਜ਼ਨੀਕੋਵ ਨਾਲ ਮੁਲਾਕਾਤ ਕੀਤੀ ਗਈ। ਮਿਨਿਸਟਰ ਆਨੰਦ ਇੱਕ ਦਿਨ ਦੇ ਯੂਕਰੇਨ ਦੌਰੇ ਤੋਂ ਬਾਅਦ ਸ਼ੁੱਕਰਵਾਰ ਨੂੰ ਜਰਮਨੀ ਵਿੱਚ ਯੂਕਰੇਨ ਮਾਮਲੇ ਤੇ ਹੋ ਰਹੀ ਬੈਠਕ ਵਿੱਚ ਹਿੱਸਾ ਲੈਣਗੇ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਰੂਸੀ ਹਮਲੇ ਤੋਂ ਬਾਅਦ ਯੂਕਰੇਨ ਨੂੰ ਫੌਜੀ, ਵਿੱਤੀ ਅਤੇ ਮਨੁੱਖੀ ਸਹਾਇਤਾ ਵਿੱਚ ਕੈਨੇਡਾ ਹੁਣ ਤੱਕ ਤਕਰੀਬਨ $5 ਬਿਲੀਅਨ ਦਾ ਯੋਗਦਾਨ ਪਾ ਚੁੱਕਿਆ ਹੈ। ਮਿਨਿਸਟਰ ਆਨੰਦ ਦਾ ਯੂਕਰੇਨ ਦੌਰਾਨ ਅਜਿਹੇ ਸਮੇਂ ਵਿੱਚ ਇਹ ਦੌਰਾ ਹੋਇਆ ਜਦੋਂ ਉੱਥੋਂ ਦੇ ਅਧਿਕਾਰੀਆਂ ਅਨੁਸਾਰ ਯੂਕਰੇਨ ਦੇ ਇੰਟੀਰੀਅਰ ਮਿਨਿਸਟਰ ਦੀ ਕੀਵ ਵਿੱਚ ਇੱਕ ਹੈਲੀਕਾਪਟਰ ਕ੍ਰੈਸ਼ ਵਿੱਚ ਮੌਤ ਹੋ ਗਈ ਹੈ, ਜਿਸ ਵਿੱਚ 14 ਹੋਰ ਲੋਕ ਅਤੇ ਅਧਿਕਾਰੀ ਵੀ ਮਾਰੇ ਗਏ ਹਨ। ਇੰਟੀਰੀਅਰ ਮਿਨਿਸਟਰ ਡੈਨਿਸ ਯੂਕਰੇਨ ਦੀ ਪੁਲਿਸ ਅਤੇ ਐਮਰਜੈਂਸੀ ਸੇਵਾ ਦੇ ਨਿਗਰਾਨ ਸਨ। 11 ਮਹੀਨੇ ਪਹਿਲਾਂ ਰੂਸ ਵੱਲੋਂ ਕੀਤੇ ਹਮਲੇ ਤੋਂ ਬਾਅਦ ਉਹ ਮਾਰੇ ਜਾਣ ਵਾਲੇ ਸਭ ਤੋਂ ਸੀਨੀਅਰ ਅਧਿਕਾਰੀ ਹਨ। ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਇਹ ਹੈਲੀਕਾਪਟਰ ਕ੍ਰੈਸ਼ ਇੱਕ ਹਾਦਸਾ ਸੀ ਜਾਂ ਜੰਗ ਦਾ ਸ਼ਿਕਾਰ ਹੋਇਆ। ਇਸ ਘਟਨਾ ਤੋਂ ਬਾਅਦ ਕੀਵ ਵਿੱਚ ਜੰਗ ਨਹੀਂ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਯੂਕਰੇਨ ਦੇ ਡਿਨਿਪਰੋ ਵਿਖੇ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਹਾਲ ਹੀ ਵਿੱਚ ਹੋਏ ਰੂਸੀ ਮਿਜ਼ਾਈਲ ਹਮਲੇ ਵਿੱਚ ਦਰਜਨਾਂ ਨਾਗਰਿਕ ਮਾਰੇ ਗਏ ਸਨ। ਇਸ ਹਮਲੇ ਤੋਂ ਬਾਅਦ ਯੂਕਰੇਨ ਦਾ ਅੰਤਰਰਾਸ਼ਟਰੀ ਸਮਰਥਨ ਹੋਰ ਮਜ਼ਬੂਤ ਹੋਇਆ। ਪਿੱਛੇ ਜਿਹੇ ਕੈਨੇਡਾ ਨੇ $406 ਮਿਲੀਅਨ ਦੀ ਲਾਗਤ ਨਾਲ ਅਮਰੀਕਾ ਵਿੱਚ ਤਿਆਰ 에ਅਰ ਡਿਫੈਂਸ ਸਿਸਟਮ ਵੀ ਯੂਕਰੇਨ ਨੂੰ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ। With my colleague Secretary Lloyd Austin,
And so our teams are deliberately speaking about this over the next few days to iron out the details of the transfer. You have to remember that we're not just donating the NASAM system, we're also donating munitions. And so there may be multiple shipments involved, and that's exactly what we're ironing out in terms of details. But as you know, I am very determined to get aid to Ukraine as soon as possible. We've put on the table over $1 billion of military aid, and we have been thanked routinely by my very dear friend, Minister Alexei Reznikov, for this aid. ਤੁਹਾਨੂੰ ਯਾਦ ਕਰਵਾ ਦਈਏ ਕਿ ਹਾਲ ਹੀ ਦੇ ਵਿੱਚ ਟਰੂਡੋ ਨੇ ਬਾਈਡਨ ਦੇ ਨਾਲ ਗੱਲਬਾਤ ਕੀਤੀ ਸੀ ਤੇ ਉਹਨਾਂ ਨੂੰ ਦੱਸਿਆ ਗਿਆ ਸੀ ਕੈਨੇਡਾ ਯੂਕਰੇਨ ਦੇ ਲਈ ਨੈਸ਼ਨਲ ਐਡਵਾਂਸ ਸਰਫੇਸ ਟੂ 에ਅਰ ਮਿਜ਼ਾਈਲ ਸਿਸਟਮ NASAMS ਯਾਨੀ ਧਰਤੀ ਤੋਂ ਹਵਾ ਵਿੱਚ ਮਾਰ ਕਰਨ ਵਾਲਾ ਆਧੁਨਿਕ ਮਿਜ਼ਾਈਲ ਸਿਸਟਮ ਖਰੀਦੇਗਾ। ਇਸ ਮਿਜ਼ਾਈਲ ਡਿਫੈਂਸ ਸਿਸਟਮ ਨੂੰ ਅਮਰੀਕੀ ਰੱਖਿਆ ਕੰਪਨੀ ਰੈਥਿਓਨ ਅਤੇ ਨਾਰਵੇ ਆਧਾਰਿਤ ਕੋਂਗਸਬਰਗ ਡਿਫੈਂਸ ਐਂਡ 에ਅਰ ਸਪੇਸ ਨੇ ਸਾਂਝੇ ਤੌਰ ਤੇ ਤਿਆਰ ਕੀਤਾ। ਰੇਥਿਓਨ ਨੇ ਇੱਕ ਬਿਆਨ ਵਿੱਚ ਕਿਹਾ ASAMS ਹਵਾਈ ਰਾਖਿਆ ਨੂੰ ਇੱਕ ਅਨੁਕੂਲ ਆਧੁਨਿਕ ਰੱਖਿਆ ਪ੍ਰਣਾਲੀ ਪ੍ਰਦਾਨ ਕਰਦਾ ਹੈ ਜੋ ਦੁਸ਼ਮਣ ਜਹਾਜ਼ਾਂ, ਮਾਨਵ ਰਹਿਤ ਹਵਾਈ ਵਾਹਨਾਂ ਅਤੇ ਉੱਭਰ ਰਹੇ ਕਰੂਜ਼ ਮਿਜ਼ਾਈਲ ਖਤਰਿਆਂ ਦੀ ਪਛਾਣ ਕਰਨ, ਉਹਨਾਂ ਨਾਲ ਨਜਿੱਠਣ ਅਤੇ ਨਸ਼ਟ ਕਰਨ ਦੀ ਸਮਰੱਥਾ ਨੂੰ ਸਿਖਰ ਤੱਕ ਵਧਾ ਸਕਦਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੇ ਫੌਜੀ ਮਦਦ ਦੇ ਲਈ ਆਪਣੀਆਂ ਬੇਨਤੀਆਂ ਵਿੱਚ ਹਵਾਈ ਰੱਖਿਆ ਪ੍ਰਣਾਲੀਆਂ ਦੀ ਮੰਗ ਕੀਤੀ ਸੀ। ਡਿਫੈਂਸ ਮਿਨਿਸਟਰ ਅਨੀਤਾ ਆਨੰਦ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਹਨਾਂ ਨੇ ਆਪਣੇ ਯੂਕਰੇਨੀ ਹਮਰੁਤਬਾ ਨਾਲ ਯੂਕਰੇਨ ਦੀਆਂ ਫੌਜੀ ਲੋੜਾਂ ਬਾਰੇ ਗੱਲ ਕੀਤੀ ਸੀ। ਅਨੀਤਾ ਆਨੰਦ ਨੇ ਇੱਕ ਟਵੀਟ ਵੀ ਕੀਤਾ ਸੀ। ਉਹਨਾਂ ਨੇ ਕਿਹਾ, ਮੈਂ ਸਵੇਰੇ ਯੂਕਰੇਨ ਦੇ ਡਿਫੈਂਸ ਮਿਨਿਸਟਰ ਦੇ ਨਾਲ ਗੱਲ ਕੀਤੀ ਸੀ ਅਤੇ ਉਹਨਾਂ ਤੋਂ ਸੁਣਿਆ ਕਿ ਹਵਾਈ ਰੱਖਿਆ ਪ੍ਰਣਾਲੀ ਯੂਕਰੇਨ ਦੀ ਪ੍ਰਮੁੱਖ ਤਰਜੀਹ ਹੈ। ਇਸੇ ਕਰਕੇ ਕੈਨੇਡਾ ਯੂਕਰੇਨ ਨੂੰ ਡੋਨੇਟ ਕਰਨ ਦੇ ਲਈ ਅਮਰੀਕਾ ਤੋਂ ਨੈਸ਼ਨਲ ਐਡਵਾਂਸ ਸਰਫੇਸ ਟੂ 에ਅਰ ਮਿਜ਼ਾਈਲ ਸਿਸਟਮ ਖਰੀਦ ਰਿਹਾ ਹੈ। ਜਾਣਕਾਰੀ ਦੇ ਵਿੱਚ ਇਸ ਖਰੀਦ ਦੇ ਵੇਰਵੇ ਜਿਵੇਂ ਕਿ ਲਾਗਤ ਅਤੇ ਡਿਲੀਵਰੀ ਦੀ ਤਰੀਕਾ ਦੀ ਸ਼ਾਮਲ ਨਹੀਂ ਹੈ। ਪਿਛਲੇ ਸਾਲ ਨਵੰਬਰ ਦੇ ਵਿੱਚ ਅਮਰੀਕੀ ਸਰਕਾਰ ਨੇ ਯੂਕਰੇਨ ਨੂੰ 6 NASAMS ਯੂਨਿਟ ਦੇਣ ਦੇ ਲਈ ਰੇਥੀਅਨ ਨੂੰ $1.2 ਬਿਲੀਅਨ ਦਾ ਕੰਟਰੈਕਟ ਦਿੱਤਾ ਸੀ। ਫੈਬਰੂਅਰੀ 2022 ਦੇ ਵਿੱਚ ਯੂਕਰੇਨ ਉੱਪਰ ਰੂਸੀ ਹਮਲੇ ਤੋਂ ਬਾਅਦ ਕੈਨੇਡਾ ਯੂਕਰੇਨ ਨੂੰ $3.4 ਬਿਲੀਅਨ ਤੋਂ ਵੱਧ ਦੀ ਫੌਜੀ ਅਤੇ ਮਨੁੱਖੀ ਸਹਾਇਤਾ ਪ੍ਰਦਾਨ ਕਰ ਚੁੱਕਿਆ ਹੈ। ਤੇ ਇਸ ਤਰ੍ਹਾਂ ਦੇ ਐਲਾਨਾਂ ਤੋਂ ਬਾਅਦ ਕਈ ਪਾਸਿਆਂ ਤੋਂ ਇਤਰਾਜ਼ ਵੀ ਪ੍ਰਗਟ ਕੀਤਾ ਗਿਆ। ਇਹ ਸਵਾਲ ਵੀ ਪੁੱਛੇ ਜਾ ਰਹੇ ਹਨ ਕਿ ਕੈਨੇਡਾ ਅਮਰੀਕਾ ਤੋਂ ਇਸ ਤਰ੍ਹਾਂ ਦੇ ਮਿਲਟਰੀ ਦੇ ਨਾਲ ਸੰਬੰਧਿਤ ਅਤ ਆਧੁਨਿਕ ਹਥਿਆਰ ਅਤੇ ਸਾਜ਼ੋ ਸਮਾਨ ਯੂਕਰੇਨ ਦੇ ਲਈ ਕਿਉਂ ਖਰੀਦੇ ਜਾ ਰਹੇ ਹਨ। ਕੈਨੇਡੀਅਨ ਮਿਲਟਰੀ ਲਈ ਇਸ ਤਰ੍ਹਾਂ ਦੇ ਹਥਿਆਰ ਅਤੇ ਸਿਸਟਮ ਤਿਆਰ ਕਿਉਂ ਨਹੀਂ ਕੀਤਾ ਜਾ ਰਿਹਾ। ਅਜਿਹੇ ਸਵਾਲ ਹੁਣ ਫੈਡਰਲ ਸਰਕਾਰ ਕਿਵੇਂ ਸਾਹਮਣਾ ਕਰੇਗੀ, ਕਿਸ ਤਰ੍ਹਾਂ ਦੇ ਜਵਾਬ ਦੇਵੇਗੀ, ਇਹ ਆਉਣ ਵਾਲਾ ਸਮਾਂ ਦੱਸੇਗਾ। ਫਿਲਹਾਲ ਕੈਨੇਡਾ ਦੇ ਵੱਲੋਂ ਯੂਕਰੇਨ ਦੀ ਲਗਾਤਾਰ ਮਦਦ ਕੀਤੀ ਜਾ ਰਹੀ ਹੈ। ਇਨਫੋਰਮੇਸ਼ਨ ਤੇ ਅਪਡੇਟ ਅਸੀਂ ਤੁਹਾਡੇ ਤੱਕ ਇਸ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ TV।